हेलो एंड वेलकम। तुसी देख रहे हो द स्टडी वीज़ा शो। मैं हाँ तुहाडे नाल तुहाडी होस्ट सिमी ते मेरे नाल ने लैंडमार्क इमीग्रेशन दे RCICI मैंबर जो कि कैनेडा तो आए हुए ने। साडे नाल ने जसप्रीत भाटिया जी। जसप्रीत जी तुहाडा बहुत बहुत स्वागत है। थैंक यू जी। जसप्रीत जी मैं तुहाडे नाल अक्सर गल करदी हाँ PR दी, क्योंकि तुसी खुद उत्थे कैनेडा सैटल हो तो तुहानू बहुत थॉरो नॉलेज है PR दी। अलग अलग प्रोग्राम्स तुसी दसदे हो कि जिहदे थ्रू जिहड़े साडे इत्थे बैठे लोग ने अप्लाई कर सकते हैं। तो इसे तरह एक प्रोग्राम है केयर गिवर प्रोग्राम। मैं चाहनी हाँ भी तुसी अज इस प्रोग्राम बारे नॉलेज दो साडे व्यूअर्स नू कि किस तरह केयर गिवर प्रोग्राम के थ्रू इत्थे बैठे जिहड़े लोग ने साडे वो कैनेडा दी PR अप्लाई कर सकते हैं। बिल्कुल अपने इंडिया ਦੇ ਵਿੱਚ केयर गिवर प्रोग्राम बहुत कॉमनली वर्ड यूज़ किया जाता है। नैनी प्रोग्राम बहुत कॉमन वर्ड यूज़ किया जाता है, बट केयर गिवर प्रोग्राम पिछले 2 साल पहला ही बंद हो गया सी। बट बहुत सारे इंडिया 'ਚ लोग है जिन्होंने अवेयरनेस नहीं हैगी कि एक नवा प्रोग्राम इंट्रोड्यूस किया गया कैनेडा की इमीग्रेशन वालों, जिसका नाम है होम चाइल्ड केयर पायलट प्रोग्राम HCCP ਤੇ ਹੋਮ ਸਪੋਰਟ ਵਰਕਰ ਪਾਇਲਟ ਪ੍ਰੋਗਰਾਮ HSW। ਇਹ ਦੋ ਕੈਟਾਗਰੀਜ਼ ਹੈਗੀਆਂ ਹੈ ਜਿਹੜੀਆਂ ਇਸ ਟਾਈਮ ਤੇ ਓਪਨ ਹੈਗੀਆਂ ਹੈ ਫॉर योर केयर गिवर प्रोग्राम। ਆਪਾਂ ਲੇਮਨ ਲੈਂਗੁਏਜ ਅਗਰ ਗੱਲ ਕਰੀਏ केयर गिवर प्रोग्राम ਹੀ ਇਹਨੂੰ ਕਹਿ ਸਕਦੇ ਹਾਂ, ਬਟ ਦਿਸ केयर गिवर प्रोग्राम ऑफिशियली इज नोन एज HSW एंड HCCP पायलट प्रोग्राम। ਇਸ ਪ੍ਰੋਗਰਾਮ ਦੀ ਅਗਰ ਮੈਂ ਐਲੀਜੀਬਿਲਿਟੀ ਦੀ ਗੱਲ ਕਰਾਂ, ਸਾਡੇ ਕੋਲ ਸਭ ਤੋਂ ਵੱਡੀ ਐਲੀਜੀਬਿਲਿਟੀ ਦਾ ਫੈਕਟਰ ਮੀਟ ਕਰਨ ਲਈ ਇਸ ਪ੍ਰੋਗਰਾਮ ਦੇ ਵਿੱਚ ਹੈਗਾ ਹੈ ਕਿ ਆਪਣੇ ਕੋਲ ਕੈਨੇਡਾ ਤੋਂ ਇੰਪਲੋਇਰ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਕਿ ਤੁਹਾਨੂੰ ਇੱਕ ਜੌਬ ਲੈਟਰ ਦੇਗਾ ਤੇ ਉਹ ਤੁਹਾਨੂੰ ਫਿਰ ਤੁਹਾਡੇ ਕੋਲ ਅਗਰ ਉਹ ਜੌਬ ਲੈਟਰ ਹੈਗਾ ਹੈ ਤੁਸੀਂ ਡੈਫੀਨੇਟਲੀ ਇਸ ਪ੍ਰੋਗਰਾਮ ਦੇ ਅੰਡਰ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ, ਮਤਲਬ ਤੁਹਾਨੂੰ ਉੱਥੋਂ ਕੋਈ ਇਹ ਕਹਿਣ ਵਾਲਾ ਹੋਣਾ ਚਾਹੀਦਾ ਹੈ ਕਿ ਆਈ ਨੀਡ ਦਿਸ ਪਰਸਨ ਟੂ ਟੇਕ ਕੇਅਰ ਆਫ ਮੀ ਔਰ ਮਾਈ ਚਿਲਡਰਨ, ਤਾਂ ਅਗਰ ਤੁਸੀਂ ਈਜ਼ੀਲੀ ਅਪਲਾਈ ਕਰ ਸਕਦੇ ਹੋ। ਬੇਸਿਕ ਐਲੀਜੀਬਿਲਿਟੀ ਅਗਰ ਦੇਖੀ ਜਾਏ, ਇੱਧਰੋਂ ਜਿਹੜਾ ਪਰਸਨ ਜਾ ਰਿਹਾ ਆ ਕਿੰਨੀ ਉਹਦੀ ਸਟੱਡੀ ਹੋਣੀ ਚਾਹੀਦੀ ਹੈ, ਕਿੰਨਾ ਉਹਨੂੰ ਵਰਕ ਐਕਸਪੀਰੀਅੰਸ ਕਿਹੜੇ ਫੀਲਡ 'ਚ ਹੋਣਾ ਚਾਹੀਦਾ, ਇਹਦੇ ਬਾਰੇ ਵੀ ਥੋੜਾ ਇਨਫੋਰਮੇਸ਼ਨ। ਬਿਲਕੁਲ, ਤੁਹਾਡੇ ਕੋਲ ਐਜੂਕੇਸ਼ਨ ਕੋਈ ਮਾਸਟਰਸ ਜਾਂ ਬੈਚਲਰਸ ਹੋਣ ਦੀ ਜ਼ਰੂਰਤ ਨਹੀਂ ਹੈਗੀ, ਬਿਕਾਜ਼ ਕੈਨੇਡੀਅਨ ਇਮੀਗ੍ਰੇਸ਼ਨ ਸਮਝਦਾ ਹੈ ਕਿ ਇੱਕ ਬੰਦਾ ਅਗਰ ਜੋ ਨਾਨੀ ਦਾ ਐਕਸਪੀਰੀਅੰਸ ਲੈ ਕੇ ਇੰਡੀਆ ਦੇ ਵਿੱਚ ਹੈਗਾ ਉਹ ਓਬਵੀਅਸਲੀ ਬੈਚਲਰਸ ਜਾਂ ਮਾਸਟਰਸ ਨਹੀਂ ਹੋਏਗਾ। ਉਹ ਡੈਫੀਨੇਟਲੀ ਉਹਨਾਂ ਕੋਲ ਇੱਕ ਪੋਸਟ ਸੈਕੰਡਰੀ ਐਜੂਕੇਸ਼ਨ ਹੋਏਗੀ। ਤੁਹਾਡੇ ਕੋਲ ਪੋਸਟ ਸੈਕੰਡਰੀ ਐਜੂਕੇਸ਼ਨ ਹੋਣੀ ਜ਼ਰੂਰੀ ਹੈ। ਵਰਕ ਐਕਸਪੀਰੀਅੰਸ ਅਗਰ ਤੁਹਾਡੇ ਕੋਲ ਹੈ, ਵੈਲ ਐਂਡ ਗੁੱਡ, ਇਟ ਇਜ਼ ਵੈਰੀ ਗੁੱਡ ਯੂ ਹੈਵ ਵਰਕ ਐਕਸਪੀਰੀਅੰਸ। ਕਿਤੇ ਵੀ ਉਹਨਾਂ ਦੇ ਪ੍ਰੋਗਰਾਮ 'ਚ ਮੈਂਸ਼ਨ ਨਹੀਂ ਹੈ ਕਿ ਉਹ ਵਰਕ ਐਕਸਪੀਰੀਅੰਸ ਪੇਡ ਹੋਣਾ ਚਾਹੀਦਾ ਹੈ, ਅਨਪੇਡ ਹੋਣਾ ਚਾਹੀਦਾ ਹੈ। ਯੂ ਨੀਡ ਟੂ ਸ਼ੋ ਕਿ ਤੁਸੀਂ ਜਾ ਕੇ ਜਿਹੜੀ ਜੌਬਸ ਦੀਆਂ ਰਿਸਪੌਂਸਿਬਿਲਿਟੀਜ਼ ਹੈ ਉਹ ਪਰਫਾਰਮ ਕਰ ਸਕਦੇ ਹੋ। ਫॉर एग्जांपल अगर ਤੁਸੀਂ ਕਿਸੇ 올ਡ ਏਜ ਦੀ ਅਸਿਸਟੈਂਸ ਲਈ ਕੈਨੇਡਾ ਜਾ ਰਹੇ ਹੋ ਤਾਂ ਤੁਸੀਂ ਇੰਡੀਆ ਦੇ ਵਿੱਚ ਕਿਵੇਂ ਉਸ ਐਕਸਪੀਰੀਅੰਸ ਨੂੰ ਪ੍ਰੂਵ ਕਰੋਗੇ? ਤਾਂ ਤੁਹਾਡੇ ਕੋਲ ਕੁਝ ਵੈਲਿਡ ਡਾਕੂਮੈਂਟਸ ਹੋਣੇ ਚਾਹੀਦੇ ਜਿਹਨਾਂ ਤੁਸੀਂ ਉਹ ਵਰਕ ਐਕਸਪੀਰੀਅੰਸ ਪ੍ਰੂਵ ਕਰ ਸਕਦੇ ਹੋ ਕਿ ਤੁਸੀਂ ਫॉर एग्जांपल ਕਿਸੇ ਲੌਂਗ ਟਰਮ ਹੋਮ ਦੇ ਵਿੱਚ ਕੰਮ ਕੀਤਾ ਹੈ, ਲੌਂਗ ਟਰਮ ਕੇਅਰ ਹੋਮ 'ਚ ਕੰਮ ਕੀਤਾ ਹੈ, 올ਡ ਏਜ ਦੇ ਕਿਸੇ ਹੋਮ 'ਚ ਕੰਮ ਕੀਤਾ ਹੈ, ਕਿਸੇ ਤੁਸੀਂ NGO 'ਚ ਕੰਮ ਕੀਤਾ ਹੈ ਜਿੱਥੇ 올ਡ ਏਜ ਦੇ ਲੋਕੀ ਹੈਗੇ, ਤੁਸੀਂ ਉਹਨਾਂ ਨੂੰ ਵੋਲੰਟਰੀਲੀ ਵੀ ਅਗਰ ਕੰਮ ਕਰ ਰਹੇ ਹੋ ਤਾਂ ਉਹ ਵੀ ਕਾਊਂਟ ਹੋ ਸਕਦਾ ਹੈ। ਬਟ ਅਗਰ ਤੁਹਾਡੇ ਕੋਲ ਪ੍ਰੋਪਰ ਲੈਟਰ ਹੋਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਇੰਨੇ ਘੰਟੇ ਡਿਵੋਟ ਕਰਦੇ ਹੋ। ਸੈਕੰਡਲੀ, ਅਗਰ ਤੁਹਾਡੇ ਕੋਲ ਐਜੂਕੇਸ਼ਨ ਹੈ, ਤੁਸੀਂ ਕੋਈ ਨਾਨੀ ਦਾ ਡਿਪਲੋਮਾ ਕੀਤਾ ਹੈ, ਵੈਲ ਐਂਡ ਗੁੱਡ। ਅਗਰ ਤੁਸੀਂ ਕਿਸੇ ਹਸਪੀਟਲ 'ਚ ਐਜ਼ ਅ ਨਰਸ ਲੱਗੇ ਹੋ, ਤੁਸੀਂ ਬੱਚਿਆਂ ਦੇ ਡਾਕਟਰ, ਤੁਸੀਂ ਬੱਚਿਆਂ ਦੀ ਨਰਸ ਹੋ, ਬੱਚਿਆਂ ਨੂੰ ਟੇਕ ਕੇਅਰ ਕਰਦੇ ਹੋ, ਕਿਸੇ ਆਂਗਣਵਾੜੀ ਸਕੂਲ 'ਚ ਟੀਚਰ ਹੈਗੇ ਹੋ, ਛੋਟੇ ਬੱਚਿਆਂ ਦੇ ਕਿੰਡਰਗਾਰਟਨ ਸਕੂਲ 'ਚ ਬੱਚਿਆਂ ਨੂੰ ਦੇਖਦੇ ਹੋ, ਤਾਂ ਤੁਹਾਡੇ ਕੋਲ ਦੈਨ ਯੂ ਵਿਲ ਅਪਲਾਈ ਅੰਡਰ ਹੋਮ ਚਾਈਲਡ ਕੇਅਰ ਸਪੋਰਟ ਪ੍ਰੋਗਰਾਮ। ਤੇ ਹੋਮ ਸਪੋਰਟ ਵਰਕਰ ਪ੍ਰੋਗਰਾਮ ਉਹਨਾਂ ਲਈ ਹੋਏਗਾ ਜਿਹੜੇ ਕਿ ਬਜ਼ੁਰਗ ਲੋਕਾਂ ਨੂੰ ਦੇਖਦੇ ਹੈ। ਤੇ ਬੇਸਿਕਲੀ ਆਪਾਂ ਕੋਲ ਇਹਦਾ ਐਕਸਪੀਰੀਅੰਸ ਤੇ ਜਾਂ ਇਹਦੀ ਪੜ੍ਹਾਈ ਹੋਣੀ ਜ਼ਰੂਰੀ ਹੈ। ਨਾਨੀ ਪ੍ਰੋਗਰਾਮ ਜਾਂ ਇਹੋ ਜਿਹੀ ਕੁਛ ਵੀ, ਦੋਨਾਂ 'ਚੋਂ ਇੱਕ ਹੋਏ ਜਾਂ ਦੋਨੋਂ ਹੋਣ ਤਾਂ ਵੈਲ ਐਂਡ ਗੁੱਡ, ਜ਼ਿਆਦਾ ਸਟਰੋਂਗ ਹੋਏਗੀ ਫਾਈਲ। ਦੋਨਾਂ 'ਚੋਂ ਇੱਕ ਹੋਏ ਤਾਂ ਵੀ ਤੁਸੀਂ ਐਲੀਜੀਬਲ ਹੋ ਜਾਂਦੇ ਹੋ। IELTS ਐਗਜ਼ਾਮ ਹੋਣਾ ਐਜ਼ ਯੂਜੂਅਲ ਜ਼ਰੂਰੀ ਹੈ, ਬਟ ਆਪਾਂ ਦੀ IELTS ਰਿਕੁਆਇਰਮੈਂਟ ਬਹੁਤ ਹਾਈ ਨਹੀਂ ਹੈਗੀ। ਸਾਡੇ ਕੋਲ CLB 5 ਦੀ ਹੀ ਰਿਕੁਆਇਰਮੈਂਟ ਹੈਗੀ ਹੈ ਇਹਦੇ ਵਿੱਚ। ਤੇ ਇਫ ਯੂ ਹੈਵ ਥੀਸ ਟੂ ਥਿੰਗਸ ਅਲੋਂਗ ਵਿਦ ਐਨ employer who is ready to give you a job offer, ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਬਿਲਕੁਲ ਜਸਪ੍ਰੀਤ ਜੀ, ਤੁਸੀਂ ਕਿਹਾ ਕਿ ਅਗਰ ਤੁਸੀਂ ਕੋਰਸ ਕੀਤਾ ਹੋਇਆ ਹੋਮ ਕੇਅਰ ਦਾ ਜਾਂ ਨਾਨੀ ਦਾ, ਉਹ ਬਹੁਤ ਬੈਨੀਫੀਸ਼ੀਅਲ ਹੈ। ਮੈਂ ਚਾਹੁੰਦੀ ਹਾਂ ਕੋਰਸ ਬਾਰੇ ਤੁਸੀਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿਓ ਕਿ ਕਿੰਨੀ ਡਿਊਰੇਸ਼ਨ ਹੁੰਦੀ ਹੈ, ਕਿੰਨਾ ਟਾਈਮ, ਕਿੰਨੇ ਸਕੋਰ ਤੁਹਾਨੂੰ ਇਸ ਕੋਰਸ 'ਚ ਬੇਸਿਕ ਚਾਹੀਦੇ ਹੁੰਦੇ ਨੇ। ਦੇਖੋ, ਇੱਕ ਡਿਪਲੋਮਾ ਹੋਣਾ ਚਾਹੀਦਾ। ਤੁਸੀਂ ਡਿਪਲੋਮਾ ਹੁੰਦਾ ਹੈ ਨਾਨੀ ਦਾ, ਜਿਹੜੇ ਬਹੁਤ ਬੱਚੇ ਕਰਦੇ ਆ ਇੰਡੀਆ ਦੇ ਵਿੱਚ। ਤੁਸੀਂ ਅਗਰ ਉਹ ਨਾਨੀ ਦਾ ਇੱਕ ਕੋਰਸ ਕੀਤਾ ਹੈ, 1 ਸਾਲ ਦੀ ਡਿਊਰੇਸ਼ਨ ਦਾ ਵੀ ਕੀਤਾ ਹੈ, ਦੈਟ ਵੁੱਡ ਸਫਾਈਜ਼। ਯੈਸ, ਤੁਹਾਡੇ ਕੋਲ ਹਾਈ ਸਕੂਲ ਹੋਣਾ ਬਹੁਤ ਜ਼ਰੂਰੀ ਹੈ। ਪੋਸਟ ਸੈਕੰਡਰੀ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਬਿਫੋਰ ਯੂ ਅਪਲਾਈ ਫॉर ਦਿਸ। ਨਾਨੀ ਪ੍ਰੋਗਰਾਮ ਹੈ ਤਾਂ ਵੈਰੀ ਗੁੱਡ, ਅਗਰ ਤੁਸੀਂ ਐਜੂਕੇਸ਼ਨ ਨਾਨੀ ਪ੍ਰੋਗਰਾਮ 'ਚ ਕੀਤੀ ਹੈ। ਨਹੀਂ ਹੈ ਤਾਂ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਆਫ ਫॉर एग्जांपल ਤੁਸੀਂ ਕਿਸੇ ਘਰ 'ਚ ਨਾਨੀ ਹੋ, ਤੁਸੀਂ ਪਿਛਲੇ 2-3 ਸਾਲਾਂ ਤੋਂ ਉਹਨਾਂ ਦੇ ਨਾਲ ਜੌਬ ਕਰ ਰਹੇ ਹੋ, ਤੁਸੀਂ ਉਹਨਾਂ ਤੋਂ ਜੌਬ ਲੈਟਰ ਬਣਵਾ ਸਕਦੇ
ਸਕਦੇ ਹੋ ਉਹਨਾਂ ਤੋਂ, ਆਪਣੇ ਕੀ ਕਹਿੰਦੇ ਆ ਤੁਸੀਂ ਕੈਸ਼ ਵਾਊਚਰਸ ਉਹਨਾਂ ਤੋਂ ਲੈ ਸਕਦੇ ਹੋ ਜਿਹੜੇ ਤੁਸੀਂ ਸੈਲਰੀ ਲੈ ਰਹੇ ਹੋ। ਯੂ ਹੈਵ ਟੂ ਪ੍ਰੂਵ ਦੈਟ ਤੁਸੀਂ ਤੁਹਾਡੇ ਕੋਲ ਐਬਿਲਿਟੀ ਹੈਗੀ ਹੈ ਉਸ ਜੌਬ ਦੀ ਕੈਨੇਡਾ 'ਚ ਕਰਨ ਦੀ। ਐਜ਼ ਆਈ ਸੈਡ 2 ਜੌਬਸ ਇਹਦੇ 'ਚ ਐਲੀਜੀਬਲ ਹੈਗੀਆਂ ਹੈ, ਨੌਕਕੋਡ 4412 ਜੋ ਕਿ ਹੈਗਾ ਆਪਣਾ ਹੋਮ ਸਪੋਰਟ ਵਰਕਰ ਦਾ, ਨੌਕਕੋਡ 4411, ਠੀਕ ਹੈ। ਇਹ ਦੋਨੋਂ ਨੌਕਕੋਡ ਆਪਣੇ ਐਲੀਜੀਬਿਲਿਟੀ ਕ੍ਰਾਈਟੇਰੀਆ 'ਚ ਆਉਂਦੇ ਆ। ਇੱਕ ਨੌਕਕੋਡ ਜਿਹਦੇ 'ਚ ਆਪਾਂ ਬਜ਼ੁਰਗ ਦੀ ਬਜ਼ੁਰਗ ਦੀ ਟੇਕ ਕੇਅਰ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਹੋਮ ਸਪੋਰਟ ਵਰਕਰ। ਦੂਜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪਾਇਲਟ ਪ੍ਰੋਗਰਾਮ, ਜਿਹੜਾ ਕਿ ਤੁਸੀਂ ਨੈਨੀ ਵਾਲਾ ਪ੍ਰੋਗਰਾਮ ਕਹਿ ਸਕਦੇ ਹੋ, ਜਦੋਂ ਤੁਸੀਂ ਬੱਚਿਆਂ ਦਾ ਖਿਆਲ ਕਰਦੇ ਹੋ। ਜੀ ਬਿਲਕੁਲ। ਤੇ ਇਹਦੇ 'ਚ ਤੁਸੀਂ ਦੱਸਿਆ ਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ। ਹੁਣ PR ਅਪਲਾਈ ਕਰਨ ਵਾਸਤੇ ਮੈਰਿਡ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ, ਤੇ ਇਦਾਂ ਦੀ ਪ੍ਰੋਬਲਮ ਕੁਝ ਇਸ ਪ੍ਰੋਗਰਾਮ 'ਚ ਵੀ ਹੈ ਜਾਂ ਨਹੀਂ ਹੈ? ਬਿਲਕੁਲ ਨਹੀਂ ਹੈ। ਆਈ ਵੁੱਡ ਸੇ ਇਸ ਪ੍ਰੋਗਰਾਮ ਦੇ 2 USPs ਹੈਗੇ ਨੇ। ਫਸਟ ਇਜ਼ ਕਿ ਜਿਹੜੀ ਤੁਸੀਂ ਜੌਬ ਆਫਰ ਇੰਪਲੋਇਰ ਤੋਂ ਲੈਣੀ ਹੈ ਉਹ ਵਿਦਆਊਟ LMI ਹੋ ਸਕਦੀ ਹੈ। ਦੈਟ ਇਜ਼ ਇਹਦੇ 'ਚ LMI ਦੀ ਕੋਈ ਲੋੜ ਨਹੀਂ। ਇੰਡੀਆ 'ਚ LMI ਦਾ ਨਾਮ ਸੁਣਦੇ ਹੀ ਲੋਕਾਂ ਨੂੰ ਇੱਦਾਂ ਲੱਗਦਾ ਕਿ ਸਾਨੂੰ ਬਹੁਤ ਸਾਰੇ ਪੈਸੇ ਦੇਣੇ ਪੈਣਗੇ ਜੌਬ ਲੈਣ ਦੇ ਕੈਨੇਡਾ 'ਚੋਂ, ਬਟ ਉਹ ਸਾਨੂੰ ਕੋਈ ਇਹਦੇ 'ਚ ਸਟ੍ਰੈਸ ਨਹੀਂ ਹੈਗਾ। ਯੂ ਡੋਂਟ ਨੀਡ ਐਨੀ LMIA ਵੈਨ ਯੂ ਗੈਟ ਅ ਜੌਬ ਆਫਰ ਫਰੋਮ ਕੈਨੇਡਾ। ਤੁਹਾਡੀ ਉਹ ਵਿਦਆਊਟ LMI ਜੌਬ ਆਫਰ ਹੁੰਦੀ ਹੈ। ਮਤਲਬ ਕਿ ਤੁਹਾਡਾ ਇੰਪਲੋਇਰ ਨੇ ਇੱਕ ਫਾਰਮ ਫਿਲ ਕਰਨਾ ਹੈ ਤੁਹਾਨੂੰ ਹਾਇਰ ਕਰਨ ਤੋਂ ਪਹਿਲਾਂ। ਉਹ ਫਾਰਮ ਆਪਾਂ ਤੁਹਾਡਾ ਫਾਈਲ ਦੇ ਵਿੱਚ ਲਗਾਉਂਦੇ ਹਾਂ ਇਫ ਯੂ ਆਰ ਐਲੀਜੀਬਲ ਟੂ ਅਪਲਾਈ ਇਨ ਦਿਸ ਐਪਲੀਕੇਸ਼ਨ। ਸੈਕੰਡ USP ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਮੈਰਿਡ ਅਗਰ ਤੁਸੀਂ ਹੈਗੇ ਹੋ, ਤੁਹਾਡੇ ਬੱਚੇ ਹੈ, ਤਾਂ ਤੁਸੀਂ ਕਿਵੇਂ ਜਾ ਸਕਦੇ ਹੋ। ਤੇ ਤੁਸੀਂ ਅਗਰ ਮੈਰਿਡ ਹੈਗੇ ਹੋ, ਯੂ ਡੋਂਟ ਹੈਵ ਟੂ ਸਟ੍ਰੈਸ ਆਊਟ। ਤੁਸੀਂ ਆਪਣੇ ਸਪਾਊਸ ਦਾ ਵੀ ਨਾਲ ਆਪਣਾ ਵੀਜ਼ਾ ਲਗਾਓਗੇ ਐਪਲੀਕੇਸ਼ਨ ਦੇ ਵਿੱਚ, ਤੇ ਤੁਸੀਂ ਆਪਣੇ ਬੱਚਿਆਂ ਦੀ ਐਪਲੀਕੇਸ਼ਨ ਵੀ ਇਕੱਠੀ ਲਗਾਓਗੇ। ਇੱਥੇ ਮੈਂ ਕਲੈਰਿਟੀ ਦੇਣਾ ਚਾਹਾਂਗੀ ਕਿ PR ਕਿਵੇਂ ਹੋਏਗੀ ਇਸ ਪੂਰੇ ਪ੍ਰੋਸੈਸ ਦੇ ਵਿੱਚ। ਜਦੋਂ ਆਪਾਂ ਤੁਹਾਡੀ ਐਪਲੀਕੇਸ਼ਨ ਲਗਾਵਾਂਗੇ, ਤੁਹਾਨੂੰ ਪਹਿਲਾਂ ਵਰਕ ਪਰਮਿਟ ਮਿਲੇਗਾ ਕੈਨੇਡਾ ਜਾਣ ਦਾ। ਤੁਸੀਂ ਵਰਕ ਪਰਮਿਟ ਤੇ ਜਾਓਗੇ, ਤੁਹਾਨੂੰ ਵਰਕ ਪਰਮਿਟ ਮਿਲੇਗਾ ਆਕਿਊਪੇਸ਼ਨ ਰਿਸਟ੍ਰਿਕਟਿਡ। ਮੇਰਾ ਮਤਲਬ ਆਕਿਊਪੇਸ਼ਨ ਰਿਸਟ੍ਰਿਕਟਿਡ ਤੋਂ ਇਹ ਹੈਗਾ ਕਿ ਤੁਸੀਂ ਉੱਥੇ ਸਿਰਫ ਜਿਹੜੀ ਦਿਖਾ ਰਹੇ ਹੋ ਆਪਣਾ ਐਕਸਪੀਰੀਅੰਸ, ਜਿਹੜੀ ਤੁਹਾਡੀ ਲੈਟਰ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਫੋਰ ਐਗਜ਼ਾਮਪਲ ਹੋਮ ਸਪੋਰਟ ਵਰਕਰ ਦੀ ਪੋਜੀਸ਼ਨ ਲਈ ਜਾ ਰਹੇ ਹੋ, ਤਾਂ ਤੁਸੀਂ ਤੁਹਾਡਾ ਉਹ ਆਕਿਊਪੇਸ਼ਨ ਉਹੀ ਰਹੇਗੀ। ਤੁਸੀਂ ਉਸੇ ਆਕਿਊਪੇਸ਼ਨ ਦੇ ਰਿਲੇਟਡ ਕੰਮ ਕੈਨੇਡਾ ਦੇ ਵਿੱਚ ਕਰ ਸਕਦੇ ਹੋ। ਤੁਹਾਡੇ ਹਸਬੈਂਡ ਨੂੰ ਓਪਨ ਵਰਕ ਪਰਮਿਟ ਮਿਲੇਗਾ, ਮਤਲਬ ਕਿ ਉਹ ਹਸਬੈਂਡ ਜਾਂ ਵਾਈਫ ਜੋ ਵੀ ਹੈ, ਤੁਹਾਡਾ ਸਪਾਊਸ ਜਿਹੜਾ ਕੰਪਨੀ ਕਰ ਰਿਹਾ ਹੈ, ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲੇਗਾ। ਮਤਲਬ ਉਹ ਕਿ ਕੋਈ ਵੀ ਪਰਸਿਊ ਕਰ ਸਕਦੇ ਆ ਉੱਥੇ ਜਾ ਕੇ ਜੌਬ। ਐਂਡ ਸੈਕੰਡਲੀ ਤੁਹਾਡੀ ਸਾਰੀ ਫੈਮਿਲੀ ਦੀ ਐਪਲੀਕੇਸ਼ਨ ਇਕੱਠੀ ਲੱਗੇਗੀ, ਤੁਹਾਨੂੰ ਉੱਥੇ ਜਾ ਕੇ ਵਰਕ ਪਰਮਿਟ ਮਿਲੇਗਾ। ਵਰਕ ਪਰਮਿਟ ਲੈ ਕੇ ਜਾਓਗੇ ਤੁਸੀਂ ਉੱਥੇ 2 ਸਾਲ, ਤੁਹਾਨੂੰ ਉੱਥੇ 24 ਮਹੀਨੇ ਆਪਣਾ ਕੰਟੀਨਿਊਸ ਵਰਕ ਦਿਖਾਣਾ ਹੈ ਸੇਮ ਫੀਲਡ ਦੇ ਵਿੱਚ। ਐਂਡ ਉਸ ਤੋਂ ਬਾਅਦ ਜਿਵੇਂ ਤੁਹਾਡੇ ਕੋਲੋਂ 2 ਸਾਲ ਦਾ ਐਕਸਪੀਰੀਅੰਸ ਆ ਗਿਆ 36 ਮਹੀਨਿਆਂ ਦੇ ਵਿੱਚ, ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ 'ਚੋਂ ਐਡੀਸ਼ਨਲ ਡਾਕੂਮੈਂਟ ਅਟੈਚ ਕਰੋਗੇ ਕਿ ਹੁਣ ਮੇਰੇ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਹੋ ਗਿਆ ਹੈ। ਉਸ ਤੋਂ ਬਾਅਦ ਤੁਹਾਡੀ PR ਦੀ ਐਪਲੀਕੇਸ਼ਨ ਅਪਰੂਵ ਹੋ ਜਾਏਗੀ। ਤਾਂ ਬੇਸਿਕਲੀ ਦਿਸ ਇਜ਼ ਫਸਟ ਸਟੈਪ ਟੂਵਰਡਸ ਯੋਰ PR। ਉਹਦਾ ਤੁਹਾਨੂੰ ਇੱਥੋਂ ਜਦੋਂ ਤੁਸੀਂ ਅਪਰੂਵ ਹੋ ਕੇ ਜਾਓਗੇ, ਤੁਸੀਂ ਵਰਕ ਪਰਮਿਟ ਤੇ ਜਾਓਗੇ। ਉੱਥੇ ਜਾ ਕੇ ਤੁਸੀਂ ਆਪਣੀ 2 ਸਾਲ ਦੀ ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਕੈਨੇਡਾ 'ਚ ਹੋ ਜਾਏਗਾ ਐਜ਼ ਅ ਹੋਮ ਸਪੋਰਟ ਵਰਕਰ ਔਰ ਐਜ਼ ਚਾਈਲਡ ਕੇਅਰ ਪ੍ਰੋਵਾਈਡਰ, ਤਾਂ ਤੁਸੀਂ ਉਸ ਤੋਂ ਬਾਅਦ ਆਪਣੀ PR ਦੀ ਐਪਲੀਕੇਸ਼ਨ ਲਗਾ ਦੋਗੇ ਇਹ ਸਾਰੇ ਡਾਕੂਮੈਂਟਸ ਦੇ ਨਾਲ। ਜੀ ਬਿਲਕੁਲ, ਇਹ ਲੱਗਦਾ ਬਹੁਤ ਹੀ ਵੱਡਾ ਪਲੱਸ ਪੁਆਇੰਟ ਹੈ ਬਿਕਾਜ਼ ਬਹੁਤ ਸਾਰੇ ਲੋਕੀ ਹੁੰਦੇ ਨੇ PR ਅਪਲਾਈ ਕਰਦੇ ਨੇ, ਉਹ ਸਿਰਫ ਇੰਡੀਵਿਜੂਅਲੀ ਜਾ ਸਕਦੇ, ਆਪਣੀ ਫੈਮਿਲੀ ਨੂੰ ਨਹੀਂ ਕੈਰੀ ਕਰ ਸਕਦੇ। ਲੇਕਿਨ ਇਹ ਹੋਮ ਚਾਈਲਡ ਕੇਅਰ ਪ੍ਰੋਗਰਾਮ ਜਿਹੜਾ ਹੈ, ਤੁਸੀਂ ਦੱਸਿਆ ਚਾਈਲਡ ਗਿਵਰ ਪ੍ਰੋਗਰਾਮ, ਇੱਦਾਂ ਦਾ ਪ੍ਰੋਗਰਾਮ ਹੈ ਕਿ ਜਿਹਦੇ 'ਚ ਅਗਰ ਤੁਸੀਂ ਮੈਰਿਡ ਵੀ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਜਾਂ ਆਪਣੇ ਬੱਚਿਆਂ ਨੂੰ ਤੁਸੀਂ ਈਜ਼ੀਲੀ ਉੱਥੇ ਨਾਲ ਲੈ ਕੇ ਜਾ ਸਕਦੇ ਹੋ। ਜਸਪ੍ਰੀਤ ਜੀ, ਤੁਸੀਂ ਦੱਸਿਆ 2 ਸਾਲ ਤੁਹਾਨੂੰ ਉਸੇ ਆਕੂਪੇਸ਼ਨ ਦੀ ਕੰਪਲਸ਼ਨ 'ਚ ਕੰਮ ਕਰਨਾ ਪਏਗਾ, 36 ਮਹੀਨੇ ਤੁਹਾਨੂੰ ਇਹੀ ਕੰਮ ਸ਼ੋ ਕਰਨਾ ਪਏਗਾ। ਆਫਟਰ ਦੈਟ ਜੇ ਤੁਸੀਂ PR ਆਪਣੀ ਅਪਲਾਈ ਕਰਦੇ ਹੋ ਔਰ ਅਪਰੂਵ ਹੋ ਜਾਂਦੇ, ਤੁਹਾਨੂੰ PR ਮਿਲ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਆਪਣਾ ਆਕੂਪੇਸ਼ਨ ਚੇਂਜ ਕਰ ਸਕਦੇ ਹੋ। ਉਸ ਤੋਂ ਬਾਅਦ ਵੀ ਤੁਹਾਨੂੰ ਇਹੀ ਕੰਮ ਕਰਨਾ ਹੋਏਗਾ। ਡੈਫੀਨੇਟਲੀ ਆਈ ਥਿੰਕ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਜਿਹਦੇ 'ਚ ਚਾਰਟਰ ਰਾਈਟਸ ਬਹੁਤ ਜ਼ਿਆਦਾ ਵੈਲਿਊ ਕਰਦੇ ਆ, ਮਤਲਬ ਉਹ ਲੋਕਾਂ ਦੀ ਵੈਲਿਊ ਬਹੁਤ ਜ਼ਿਆਦਾ ਕਰਦੇ ਆ। ਆਫਟਰ ਯੂ ਹੈਵ ਯੋਰ PR, ਨੋਬਡੀ ਇਜ਼ ਗੋਇੰਗ ਟੂ ਲੁੱਕ ਇਨਟੂ ਵਾਟ ਯੂ ਆਰ ਡੂਇੰਗ, ਬਟ ਯੈਸ ਪਹਿਲਾਂ PR ਤੋਂ ਪਹਿਲਾਂ ਆਪਾਂ ਨੂੰ ਇਹ ਸਾਰੇ ਰੂਲਸ ਫੋਲੋ ਕਰਨੇ ਪੈਣੇ ਆ। ਆਫਟਰ ਯੂ ਆਰ PR ਤੁਸੀਂ ਆਪਣੀ ਡੈਫੀਨੇਟਲੀ ਆਕੂਪੇਸ਼ਨ ਚੇਂਜ ਕਰ ਸਕਦੇ ਹੋ। ਇੱਥੇ ਮੈਂ ਇੱਕ ਹੋਰ ਪੁਆਇੰਟ ਐਡ ਕਰਨਾ ਚਾਹਾਂਗੀ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਿਸੇ 80 ਈਅਰਸ ਆਫ ਏਜ ਦੇ ਕੋਈ ਬਜ਼ੁਰਗ ਹੈਗੇ ਆ, ਉਹਨਾਂ ਦੀ ਟੇਕ ਕੇਅਰ ਕਰਨ ਲਈ ਕੈਨੇਡਾ ਜਾ ਰਹੇ ਹੋ, ਤੇ ਹੁਣ ਉਹ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ, ਤਾਂ ਤੁਸੀਂ ਬੋਲੋਗੇ ਕਿ ਮੈਂ ਆਪਣਾ ਵਰਕ ਐਕਸਪੀਰੀਅੰਸ ਹੁਣ ਕਿਵੇਂ ਪ੍ਰੂਵ ਕਰਾਂ, ਮੈਂ ਤਾਂ 6 ਮਹੀਨੇ ਦਾ ਖਿਆਲ ਰੱਖਿਆ ਤਾਂ ਹੁਣ ਮੇਰੇ ਕੋਲ ਜੌਬ ਨਹੀਂ ਹੈਗੀ। ਤੁਹਾਨੂੰ ਉਸ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਤੁਸੀਂ ਸੇਮ ਕਿਤੇ ਹੋਰ ਜੌਬ ਲੈ ਸਕਦੇ ਹੋ, ਤੁਸੀਂ ਆਪਣਾ ਘਰ ਚੇਂਜ ਕਰ ਸਕਦੇ ਹੋ, ਤੁਸੀਂ ਉਸ ਫੈਮਿਲੀ ਨੂੰ ਛੱਡ ਕੇ ਤੁਸੀਂ ਦੂਸਰੀ ਫੈਮਿਲੀ ਨੂੰ ਜੁਆਇਨ ਕਰ ਸਕਦੇ ਹੋ। ਜੋ ਓਨਲੀ ਥਿੰਗ ਇਜ਼ ਕਿ ਉਹ ਫੈਮਿਲੀ ਵੀ ਤੁਹਾਨੂੰ ਜੌਬ ਲੈਟਰ ਦੇਗੀ ਉੱਥੇ ਜਾ ਕੇ, ਤੁਹਾਨੂੰ ਪ੍ਰੋਪਰ ਸੈਲਰੀ ਪੇ ਕਰੇਗੀ, ਤੁਹਾਡੀਆਂ ਪੂਰੀਆਂ ਕੰਡੀਸ਼ਨਸ ਮੀਟ ਕਰੇਗੀ ਜਿਹੜੀਆਂ ਹੈਗੀਆਂ, ਐਂਡ ਦੈਟ ਮੀਨਸ ਕਿ ਤੁਹਾਡਾ ਆਕੂਪੇਸ਼ਨ ਰਿਸਟ੍ਰਿਕਟ
ਮਿਲੇਗੀ। ਇਹਦਾ ਮਤਲਬ ਹੁਣ ਇਹ ਨਹੀਂ ਕਿ ਤੁਹਾਡੇ ਜਿਹੜੇ ਤੁਸੀਂ ਬਜ਼ੁਰਗ ਨੂੰ ਦੇਖਣ ਗਏ ਸੀ ਉਹਨਾਂ ਦੀ ਡੈਥ ਹੋ ਗਈ ਤਾਂ ਤੁਸੀਂ ਹੁਣ ਜਾ ਕੇ ਟਿਮ ਹਾਰਟਨਸ ਦੇ ਕੈਸ਼ੀਅਰ ਲੱਗ ਜਾਓ ਕਿਉਂਕਿ ਤੁਸੀਂ ਕੈਨੇਡਾ 'ਚ ਹੈਗੇ ਹੋ, ਉਹ ਤੁਸੀਂ ਨਹੀਂ ਕਰ ਸਕਦੇ। ਤੁਹਾਡਾ ਆਕਿਊਪੇਸ਼ਨ ਰਿਸਟ੍ਰਿਕਟਿਡ ਹੀ ਰਹੇਗੀ, ਤੁਹਾਨੂੰ ਉਹੀ ਆਕਿਊਪੇਸ਼ਨ ਦੇ ਵਿੱਚ ਕਿਸੇ ਹੋਰ ਇੰਪਲੋਇਰ ਕੋਲ ਤੁਸੀਂ ਜੌਬ ਕਰ ਪਾਓਗੇ ਜਾ ਕੇ, ਬਟ ਤੁਸੀਂ ਆਪਣੀ ਆਕਿਊਪੇਸ਼ਨ ਚੇਂਜ ਨਹੀਂ ਕਰ ਸਕਦੇ। ਤੇ ਇਸ ਪ੍ਰੋਗਰਾਮ ਬਾਰੇ ਹੋਰ ਡਿਟੇਲਸ ਲੈਣ ਲਈ ਆਈ ਅੰਡਰਸਟੈਂਡ ਤੁਸੀਂ ਮੇਰੇ ਨਾਲ ਟੱਚ ਬੇਸ ਬਣਾ ਸਕਦੇ ਹੋ ਮੇਰੇ ਕੈਨੇਡੀਅਨ ਨੰਬਰ ਤੇ। ਮੈਂ ਇਸ ਟਾਈਮ ਤੇ ਇੰਡੀਆ ਹਾਂ ਤਾਂ ਮੈਂ ਤੁਹਾਡੀ ਅਸਿਸਟੈਂਸ ਕਰ ਪਾਵਾਂਗੀ ਵਧੀਆ ਤਰੀਕੇ। ਯੂ ਕੈਨ ਬੀ ਇਨ ਟੱਚ ਵਿਦ ਮੀ ਔਨ ਮਾਈ ਕੈਨੇਡੀਅਨ ਨੰਬਰ ਵਿਚ ਇਜ਼ +1 647 997 2486। ਤੁਸੀਂ ਮੈਨੂੰ ਈਮੇਲ ਵੀ ਪਾ ਸਕਦੇ ਹੋ ਔਨ canada@landmarkimmigration.com ਤੇ ਮੈਂ ਤੁਹਾਨੂੰ ਇਹਦੇ ਉੱਤੇ ਬੈਟਰ ਅਸਿਸਟ ਕਰ ਸਕਦੀ ਹਾਂ। ਜੀ ਬਿਲਕੁਲ। ਔਰ ਅਗਰ ਤੁਸੀਂ ਵੀ ਆਪਣਾ ਮਾਈਂਡ ਸੈਟ ਕਰ ਰਹੇ ਹੋ ਕੈਨੇਡਾ ਸੈਟਲ ਹੋਣ ਦਾ, ਲੇਕਿਨ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕਰਨਾ ਕੀ, ਆਈ ਗੈਸ ਦਿਸ ਇਜ਼ ਦ ਬੈਸਟ ਪ੍ਰੋਗਰਾਮ ਕੇਅਰ ਗਿਵਰ ਪ੍ਰੋਗਰਾਮ ਜਿਹੜਾ ਮੈਮ ਨੇ ਦੱਸਿਆ। ਬਾਕੀ ਜੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਤੁਸੀਂ ਫੋਨ ਕਰ ਸਕਦੇ ਹੋ। ਇੱਕ ਲਾਸਟ ਕੁਐਸਚਨ ਜਸਪ੍ਰੀਤ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ PR ਦਾ ਪ੍ਰੋਸੈਸ ਬਹੁਤ ਲੰਬਾ ਹੁੰਦਾ ਹੈ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਿੰਨਾ ਟਾਈਮ ਕੰਜ਼ਿਊਮਿੰਗ ਹੈ? डेफिनेटली दिस इज़ आई वुड से अ लेंदी प्रोग्राम। ये टाइम कंज्यूमिंग काफ़ी ज़्यादा है, मुश्किल बिल्कुल भी नहीं हैगा बट टाइम कंज्यूमिंग है। ऑलमोस्ट 12 to 14 मंथ्स लग जाते हैं अप्रूवल आन ते फाइल ते। इट इज़ अ लेंदी प्रोसैस, थोड़े डॉक्यूमेंटेशन एंड फॉर्म्स वगैरह ज़्यादा हैगे ने बट अदरवाइज देर इज़ नॉट मच विच इज़ इन दिस प्रोग्राम। अगर तुहाडे कोल ऑफर लैटर हैगी है, मैं इहदे च एक होर लास्ट छोटा जिहा पॉइंट ऐड करना चाहांगी कि अपने पंजाब दे विच किसी ना किसी दा कोई ना कोई रिलेटिव कैनेडा दे विच वैल एस्टैबलिश्ड होएगा। तो हुण आपां ये सोच रहे होवांगे कि मैम ने कहता दिता कि जॉब ऑफर होनी ज़रूरी है, लेकिन हुण जॉब ऑफर आएगी कित्थों? अगर मैं तुहानूं छोटा जिहा इत्थे एक हिंट देवां, ਤੁਹਾਡੇ ਅਗਰ ਕੋਈ ਵੀ 올ਡ ਏਜ ਤੁਹਾਡੇ ਤਾਇਆ ਜੀ, ਚਾਚਾ ਜੀ ਜਾਂ ਤੁਹਾਡੀ ਕੋਈ ਰੀਅਲ ਸਿਸਟਰ ਜਾਂ ਕੋਈ ਕਜ਼ਨ ਜਿਹੜੇ ਹੈਗੇ ਉਹ ਕੈਨੇਡਾ ਸੈਟਲਡ ਹੈ, ਉਹਨਾਂ ਦਾ ਕੋਈ ਛੋਟਾ ਬੇਬੀ ਹੈ ਜਾਂ ਕੋਈ 80 ਇਅਰਸ ਆਫ ਏਜ ਤੁਹਾਡੇ ਕੋਈ ਅੰਕਲ ਆਂਟ ਹੈਗੇ ਹੈ ਵੈਲ ਐਸਟੈਬਲਿਸ਼ਡ ਕੈਨੇਡਾ ਦੇ ਵਿੱਚ ਹੈਗੇ ਹੈ ਤੇ ਉਹਨਾਂ ਨੂੰ ਐਕਚੁਅਲੀ ਕਿਸੇ ਦੀ ਲੋੜ ਹੈ ਜੋ ਕਿ ਉਹਨਾਂ ਦੇ ਬੱਚਿਆਂ ਨੂੰ ਸੰਭਾਲੇ ਜਾਂ ਉਹਨਾਂ ਦੀ ਟੇਕ ਕੇਅਰ ਕਰੇ, ਤਾਂ ਤੁਸੀਂ ਉਹਨਾਂ ਤੋਂ ਵੀ ਜੌਬ ਆਫਰ ਆਪਣੀ ਮੰਗਾ ਸਕਦੇ ਹੋ ਵਿਚ ਇਜ਼ ਸਮਥਿੰਗ very I think easy because ਆਪਣੇ relatives I'm sure most of the Punjabis have their NRI relatives in Canada। ਤੁਸੀਂ ਉਹਨਾਂ ਨਾਲ ਵੀ ਟੱਚ ਬੇਸ ਕਰ ਸਕਦੇ ਹੋ ਕਿ ਉਹ ਅਗਰ ਤੁਹਾਡੀ ਅਸਿਸਟੈਂਸ ਕਰ ਸਕਣ, ਤੁਹਾਨੂੰ ਆਫਰ ਲੈਟਰ ਦੇ ਸਕਣ, ਤੁਹਾਡੀ ਉਹ ਸੈਲਰੀ ਅਫੋਰਡ ਕਰ ਸਕਣ। ਦੈਟ ਇਜ਼ ਸਮਥਿੰਗ ਵਿਚ ਇਜ਼ ਵੈਰੀ ਇੰਪੋਰਟੈਂਟ। ਮੈਂ ਇੱਥੇ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਪੇਪਰ ਬਣਵਾਉਣੇ ਆ ਉਹਨਾਂ ਤੋਂ, ਸਿਰਫ ਤੁਹਾਡੀ ਜੈਨੂਇਨਲੀ ਅਗਰ ਉਹਨਾਂ ਨੂੰ ਤੁਹਾਡੀ ਲੋੜ ਹੈਗੀ ਹੈ ਉਹ ਤੁਹਾਨੂੰ ਸੈਲਰੀ ਦੇਣਗੇ ਤਾਂ ਤੁਸੀਂ ਉਹਨਾਂ ਦੀ ਅਸਿਸਟੈਂਸ ਲੈ ਸਕਦੇ ਹੋ। ਐਂਡ ਇਟ ਇਜ਼ ਆਈ ਥਿੰਕ ਦੈਨ ਬਿਕਮਸ ਅ ਵੈਰੀ ਈਜ਼ੀ ਪ੍ਰੋਸੈਸ। ਕਿਸੇ ਦਾ ਬੇਬੀ ਹੋਇਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਤੁਹਾਡੇ ਬ੍ਰਦਰ ਦਾ, ਸਿਸਟਰ ਦਾ, ਉਹਨਾਂ ਦੇ ਤੁਸੀਂ ਨੈਨੀ ਬਣ ਕੇ ਜਾ ਸਕਦੇ ਹੋ। ਇਹਦੇ 'ਚ ਉਹ ਕੋਈ ਕ੍ਰਾਈਟੀਰੀਆ ਨਹੀਂ ਹੈਗਾ ਕਿ ਰਿਲੇਸ਼ਨ ਦੇ ਵਿੱਚ ਤੁਸੀਂ ਜੌਬ ਆਫਰ ਨਹੀਂ ਲੈ ਸਕਦੇ। ਜੀ ਬਿਲਕੁਲ। ਤੇ ਮੈਨੂੰ ਲੱਗਦਾ ਬਹੁਤ ਹੀ ਈਜ਼ੀ ਤਾਂ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਥੋੜਾ ਜਿਹਾ ਫੇਵਰੇਬਲ ਲੱਗਦਾ ਹੈ ਲੋਕਾਂ ਨੂੰ ਕਿ ਜੇ ਤੁਹਾਡੇ ਰਿਲੇਟਿਵਸ ਬਾਹਰ ਨੇ ਤਾਂ ਦਿਸ ਇਜ਼ ਵਨ ਸਟੈਪ ਫਾਰਵਰਡ ਕਿ ਤੁਸੀਂ ਕਿਸ ਤਰ੍ਹਾਂ ਉੱਥੇ ਰੀਚ ਕਰ ਸਕਦੇ ਹੋ। ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਅੱਜ ਸ਼ੇਅਰ ਕੀਤੀ। ਥੈਂਕ ਯੂ।